ਮੇਰੇ ਦਿਨ ਦੀ ਤਰ੍ਹਾਂ ਅੱਜ ਦੀ ਸ਼ਾਮ ਵੀ ਬਹੁਤ ਉਦਾਸ ਸੀ। ਮੇਰੇ ਪਤੀ ਹਰਜੋਤ ਦਾ ਅਮਰੀਕਾ ਦਾ ਵੀਜ਼ਾ ਲੱਗ ਚੁੱਕਿਆ ਸੀ। ਮੈਂ ਇਹ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਮੈਂ ਹਰਜੋਤ ਤੋਂ ਬਿਨਾਂ ਕਿਵੇਂ ਰਹਾਂਗੀ। ਸਾਡਾ ਇੱਕ ਸਾਂਝਾ ਪਰਿਵਾਰ ਸੀ। ਘਰ ਵਿੱਚ ਹਮੇਸ਼ਾ ਸ਼ੋਰ ਸ਼ਰਾਬਾ ਰਹਿੰਦਾ ਸੀ। ਮੇਰਾ ਸਹੁਰਾ ਤੇ ਸੱਸ ਵੀ ਸਖਤ ਮਿਜਾਜ ਦੇ ਸਨ, ਹਮੇਸ਼ਾ ਆਪਣਾ ਹੁਕਮ ਚਲਾਉਂਦੇ ਰਹਿੰਦੇ। ਮੈਂ ਇੱਕ ਨੰਬਰ ਦੀ ਡਰਪੋਕ ਸੀ, ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ, ਬਸ 10ਵੀਂ ਕਲਾਸ ਤੱਕ ਹੀ ਪੜ੍ਹੀ ਸੀ। ਮਾਤਾ ਪਿਤਾ ਦੀ ਮੌਤ ਹੋਣ ਕਾਰਨ ਮੈਨੂੰ ਮੇਰੀ ਮਾਸੀ ਨੇ ਪਾਲਿਆ ਸੀ। ਮੇਰੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਸੀ। ਜਦੋਂ ਹਰਜੋਤ ਦਾ ਰਿਸ਼ਤਾ ਮੇਰੇ ਲਈ ਆਇਆ ਤਾਂ ਮੇਰੀ ਮਾਸੀ ਨੇ ਝੱਟ ਹਾਂ ਕਰ ਦਿੱਤੀ। ਇਹ ਵੀ ਨਹੀਂ ਦੇਖਿਆ ਕਿ ਪਰਿਵਾਰ ਕਿਸ ਤਰ੍ਹਾਂ ਦਾ ਹੈ। ਉਹ ਸਾਰੇ ਜਾਨਵਰਾਂ ਦੀ ਤਰ੍ਹਾਂ ਰਹਿੰਦੇ ਸਨ। ਘਰ ਵੀ ਬਹੁਤ ਛੋਟਾ ਸੀ। ਘਰ ਵਿੱਚ ਜਦੋਂ ਵੀ ਖਾਣਾ ਬਣਦਾ ਉਹ ਇਸ ਤਰ੍ਹਾਂ ਟੁੱਟ ਪੈਂਦੇ ਜਿਵੇਂ ਪਹਿਲਾਂ ਕਦੇ ਖਾਧਾ ਹੀ ਨਾ ਹੋਵੇ। ਮੈਨੂੰ ਤਾਂ ਕਦੇ ਪੇਟ ਭਰ ਕੇ ਖਾਣਾ ਮਿਲਿਆ ਹੀ ਨਹੀਂ। ਤਾਨੇ ਬਥੇਰੇ ਮਿਲ ਜਾਂਦੇ ਸੁਣਨ ਨੂੰ। ਹਰਜੋਤ 2 ਸਾਲ ਤੋਂ ਬੇਰੁਜ਼ਗਾਰ ਸੀ। ਬਹੁਤ ਮੁਸ਼ਕਲ ਨਾਲ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਮਿਲਿਆ ਸੀ। ਸਾਡਾ ਇੱਕ ਬੇਟਾ ਵੀ ਹੈ ਜਿਸ ਦਾ ਨਾਮਕਰਨ ਹੈ। ਜਦੋਂ ਵੀਜ਼ਾ ਆਇਆ ਤਾਂ ਮੇਰੇ ਪਤੀ ਮੈਨੂੰ ਤਸੱਲੀ ਦਿੰਦੇ ਕਹਿਣ ਲੱਗੇ ਕਿ ਮੈਂ ਬਹੁਤ ਮਿਹਨਤ ਕਰਾਂਗਾ ਤੇ ਆਪਣੇ ਸਾਰੇ ਸੁਪਨੇ ਪੂਰੇ ਕਰਾਂਗਾ ਤੇ ਤੇਰੇ ਵੀ ਸਾਰੇ ਸ਼ੌਂਕ ਪੂਰੇ ਕਰਾਂਗਾ। ਜਦੋਂ ਮੇਰੇ ਪਤੀ ਮੈਨੂੰ ਇਹ ਗੱਲਾਂ ਕਹਿ ਰਹੇ ਸਨ ਤਾਂ ਮੇਰੀ ਸੱਸ ਤੇ ਨਨਾਣ ਨੇ ਸਾਰੀਆਂ ਗੱਲਾਂ ਸੁਣ ਲਈਆਂ। ਤਾਂ ਮੇਰੀ ਸੱਸ ਕਹਿਣ ਲੱਗੀ ਕਿ ਤੈਨੂੰ ਪਾਲ ਪੋਸ ਕੇ ਅਸੀਂ ਵੱਡਾ ਕੀਤਾ, ਤੂੰ ਸੁਪਨੇ ਆਪਣੀ ਪਤਨੀ ਦੇ ਪੂਰੇ ਕਰੂੰਗਾ। ਹਰਜੋਤ ਚੁੱਪਚਾਪ ਆਪਣੀ ਮਾਂ ਦੀਆਂ ਗੱਲਾਂ ਸੁਣਦੇ ਰਹੇ। ਮੇਰੀ ਵੀ ਹਿੰਮਤ ਨਾ ਹੋਈ ਕੁਝ ਬੋਲਣ ਦੀ। ਫਿਰ ਹਰਜੋਤ ਚਲੇ ਗਏ ਤੇ ਮੇਰੀ ਜ਼ਿੰਦਗੀ ਵਿੱਚ ਸਨਾਟਾ ਛਾ ਗਿਆ, ਪਰ ਸਿਰਫ ਮੇਰੇ ਦਿਲ ਵਿੱਚ। ਘਰ ਦਾ ਤਾਂ ਉਹੀ ਹਾਲ ਸੀ। ਬਸ ਇਸੇ ਤਰ੍ਹਾਂ ਦਿਨ ਗੁਜ਼ਰ ਰਹੇ ਸਨ। ਮੇਰੀਆਂ ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਸਨ। ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਰੇ ਪਤੀ ਹਰਜੋਤ ਦੀ ਕੋਈ ਖਬਰ ਨਹੀਂ ਸੀ। ਘਰੋਂ ਜਾਣ ਤੋਂ ਬਾਅਦ ਉਹਨਾਂ ਨਾਲ ਕੋਈ ਗੱਲ ਨਹੀਂ ਹੋ ਪਾ ਰਹੀ ਸੀ। ਮੇਰੇ ਕੋਲ ਜੋ ਕਮਰਾ ਉਸ ਵਿੱਚ ਵੀ ਮੈਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਹ ਕਮਰਾ ਮੇਰੇ ਦਿਓਰ ਨੂੰ ਦੇ ਦਿੱਤਾ ਗਿਆ। ਮੈਂ ਕਿਹਾ ਵੀ ਆਪਣੀ ਸੱਸ ਨੂੰ ਕਿ ਮੈਂ ਬੱਚੇ ਨਾਲ ਕਿੱਥੇ ਰਹਾਂਗੀ ਤਾਂ ਉਹ ਕਹਿਣ ਲੱਗੀ ਵਰਾਂਡੇ ਵਿੱਚ ਬਥੇਰੀ ਜਗ੍ਹਾ ਹੈ। ਮੇਰੀ ਸੱਸ ਨੇ ਬਹੁਤ ਬੇਪਰਵਾਹੀ ਨਾਲ ਜਵਾਬ ਦਿੱਤਾ। ਮੈਂ ਕੀ ਕਰਦੀ? ਮੇਰੇ ਪਤੀ ਦੀ ਕੋਈ ਖਬਰ ਨਹੀਂ ਸੀ। ਮੈਂ ਚੁੱਪ ਕਰਕੇ ਆਪਣਾ ਬਿਸਤਰਾ ਵਰਾਂਡੇ ਵਿੱਚ ਵਿਛਾ ਲਿਆ। ਮੈਨੂੰ ਸਿਲਾਈ ਦਾ ਕੰਮ ਆਉਂਦਾ ਸੀ, ਇਸ ਲਈ ਮੈਂ ਆਪਣੇ ਛੋਟੇ-ਮੋਟੇ ਘਰ ਦੇ ਖਰਚ ਖੁਦ ਉਠਾ ਲੈਂਦੀ, ਪਰ ਇਸ ਦੇ ਬਾਵਜੂਦ ਵੀ ਸੱਸ ਦੇ ਤਾਨੇ ਸੁਣਨੇ ਪੈਂਦੇ ਸਨ। ਮੇਰੀ ਮਾਸੀ ਜਿਸ ਨੇ ਮੈਨੂੰ ਪਾਲਿਆ ਸੀ ਉਸ ਦੀ ਵੀ ਮੌਤ ਹੋ ਚੁੱਕੀ ਸੀ। ਮੇਰੇ ਕੋਲ ਕੋਈ ਦੂਜਾ ਰਸਤਾ ਵੀ ਨਹੀਂ ਸੀ। ਘਰ ਵਿੱਚ ਸਭ ਦਾ ਖਾਣਾ ਮੈਂ ਹੀ ਬਣਾਉਂਦੀ ਸੀ, ਬਾਕੀ ਸਭ ਤਾਂ ਆਰਾਮ ਕਰਦੇ ਸੀ। ਇੱਕ ਦਿਨ ਮੇਰੇ ਬੇਟੇ ਨੂੰ ਬੁਖਾਰ ਹੋ ਗਿਆ ਜਿਸ ਕਰਕੇ ਮੈਂ ਰੋਟੀ ਨਾ ਬਣਾ ਸਕੀ। ਬਸ ਫਿਰ ਕੀ ਸੀ, ਮੇਰੇ ਉੱਪਰ ਕਿਆਮਤ ਆ ਗਈ। ਸੱਸ ਨੇ ਬੋਲ ਕੇ ਘਰ ਸਿਰ ਤੇ ਚੁੱਕ ਲਿਆ। ਮੈਨੂੰ ਬੁਰਾ ਭਲਾ ਕਹਿਣ ਲੱਗੀ। ਜਦੋਂ ਮੇਰੀ ਸੱਸ ਨੇ ਇੰਨਾ ਹੰਗਾਮਾ ਕੀਤਾ ਤਾਂ ਮੈਥੋਂ ਬਰਦਾਸ਼ਤ ਨਹੀਂ ਹੋਇਆ। ਮੈਂ ਗੁੱਸੇ ਵਿੱਚ ਕਹਿ ਦਿੱਤਾ ਕਿ ਮੈਂ ਆਪਣੇ ਬੇਟੇ ਨੂੰ ਪੇਕਿਆਂ ਤੋਂ ਨਹੀਂ ਲੈ ਕੇ ਆਈ। ਮੈਂ ਸਭ ਦਾ ਖਾਣਾ ਬਣਾਉਂਦੀ ਹਾਂ, ਸਿਲਾਈ ਵੀ ਕਰਦੀ ਹਾਂ। ਅੱਜ ਮੇਰੇ ਬੇਟੇ ਨੂੰ ਬੁਖਾਰ ਸੀ ਤਾਂ ਰੋਟੀ ਨਹੀਂ ਬਣਾ ਸਕੀ ਤਾਂ ਤੁਸੀਂ ਮੈਨੂੰ ਤਾਣੇ ਦੇਣੇ ਸ਼ੁਰੂ ਕਰ ਦਿੱਤੇ। ਮੇਰੇ ਇੰਨਾ ਬੋਲਣ ਤੇ ਮੇਰੀ ਸੱਸ ਨੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ। ਮੈਂ ਤਾਂ ਸਭ ਦੀਆਂ ਨਜ਼ਰਾਂ ਵਿੱਚ ਪਹਿਲਾਂ ਖਟਕਦੀ ਸੀ। ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਸੀ ਮੇਰੇ ਤੋਂ ਛੁਟਕਾਰਾ ਪਾਉਣ ਦਾ। ਉਹਨਾਂ ਸਭ ਨੇ ਮਿਲ ਕੇ ਮੈਨੂੰ ਘਰੋਂ ਕੱਢ ਦਿੱਤਾ। ਮੈਂ 3 ਸਾਲ ਦੇ ਬੇਟੇ ਨੂੰ ਗੋਦ ਚੁੱਕ ਕੇ ਹੈਰਾਨ ਪਰੇਸ਼ਾਨ ਹੋ ਕੇ ਖੜੀ ਸੀ। ਉਹ ਇੰਨੇ ਜ਼ਾਲਮ ਕਿਵੇਂ ਹੋ ਸਕਦੇ ਸੀ? ਮੇਰਾ ਨਹੀਂ ਤਾਂ ਘੱਟੋ ਘੱਟ ਬੱਚੇ ਦਾ ਖਿਆਲ ਕਰ ਲੈਂਦੇ। ਇਹ ਤਾਂ ਆਪਣਾ ਹੀ ਖੂਨ ਸੀ। ਮੈਂ ਰਿਕਸ਼ੇ ਵਿੱਚ ਬੈਠ ਕੇ ਬੱਸ ਅੱਡੇ ਪਹੁੰਚ ਗਈ। ਮੈਂ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਘਰ ਗਈ ਤਾਂ ਉਹਨਾਂ ਨੇ ਪਹਿਲਾਂ ਤਾਂ ਮੇਰਾ ਬੜਾ ਠੰਡਾ ਸਵਾਗਤ ਕੀਤਾ। ਫਿਰ ਮੈਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੇਰੇ ਪਤੀ ਨੂੰ ਇਸ ਤਰ੍ਹਾਂ ਕਿਸੇ ਦਾ ਘਰ ਵਿੱਚ ਰਹਿਣਾ ਪਸੰਦ ਨਹੀਂ ਹੈ, ਇਸ ਲਈ ਤੂੰ ਰਾਤ ਕੱਟ ਕੇ ਸਵੇਰੇ ਚਲੀ ਜਾਵੀਂ। ਸਵੇਰੇ ਮੈਂ ਉੱਥੋਂ ਤੁਰ ਪਈ। ਮੈਂ ਰਸਤੇ ਵਿੱਚ ਆਪਣੇ ਬੱਚੇ ਲਈ ਬਿਸਕੁਟ ਤੇ ਕੁਝ ਖਾਣ ਪੀਣ ਦਾ ਹੋਰ ਸਮਾਨ ਲਿਆ। ਫਿਰ ਮੈਨੂੰ ਆਪਣੀ ਇੱਕ ਜਾਣ ਪਛਾਣ ਦੀ ਦੀਦੀ ਦਾ ਖਿਆਲ ਆਇਆ ਜੋ ਕਿ ਉਸੇ ਸ਼ਹਿਰ ਵਿੱਚ ਰਹਿੰਦੀ ਸੀ। ਮੈਂ ਦੀਦੀ ਦੇ ਘਰ ਪਹੁੰਚੀ। ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਮੈਂ ਉਸ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ। ਮੇਰੇ ਕੋਲ ਸਿਲਾਈ ਵਾਲੇ ਕੁਝ ਪੈਸੇ ਸਨ। ਇਸ ਤਰ੍ਹਾਂ ਮੇਰੀ ਇੱਕ ਮੁਸ਼ਕਿਲ ਤਾਂ ਹੱਲ ਹੋ ਗਈ।
ਚੰਗੀ ਗੱਲ ਇਹ ਸੀ ਕਿ ਉੱਥੇ ਨੇੜੇ ਹੀ ਇੱਕ ਕੱਪੜਿਆਂ ਦਾ ਕਾਰਖਾਨਾ ਸੀ। ਦੀਦੀ ਕਹਿਣ ਲੱਗੀ, ਮੈਂ ਕੋਸ਼ਿਸ਼ ਕਰਾਂਗੀ ਜੇ ਤੈਨੂੰ ਕੋਈ ਕੰਮ ਮਿਲ ਜਾਵੇ। ਫਿਰ ਮੈਂ ਦੀਦੀ ਨਾਲ ਮਕਾਨ ਦੇਖਣ ਗਈ। ਮਕਾਨ ਮਾਲਕ ਥੋੜਾ ਸਖਤ ਮਿਜਾਜ ਦਾ ਸੀ। ਮਕਾਨ ਵੀ ਥੋੜਾ ਛੋਟਾ ਸੀ, ਪਰ ਮੈਨੂੰ ਕਿਸੇ ਮਹਿਲ ਤੋਂ ਘੱਟ ਨਹੀਂ ਲੱਗ ਰਿਹਾ ਸੀ। ਮੈਂ 1 ਮਹੀਨੇ ਦਾ ਕਿਰਾਇਆ ਐਡਵਾਂਸ ਵਿੱਚ ਦੇ ਦਿੱਤਾ ਤੇ ਘਰ ਦੀ ਚਾਬੀ ਲੈ ਲਈ। ਹੌਲੀ ਹੌਲੀ ਦਿਨ ਗੁਜ਼ਰਦੇ ਗਏ। ਮੈਨੂੰ ਕਾਰਖਾਨੇ ਵਿੱਚ ਸਿਲਾਈ ਦਾ ਕੰਮ ਵੀ ਮਿਲ ਗਿਆ ਸੀ। ਕੰਮ ਕਰਕੇ ਮੇਰਾ ਬੁਰਾ ਹਾਲ ਹੋ ਜਾਂਦਾ, ਪਰ ਜਦੋਂ ਪੈਸੇ ਮਿਲਦੇ ਤਾਂ ਸਾਰੀ ਥਕਾਨ ਦੂਰ ਹੋ ਜਾਂਦੀ। ਜਦੋਂ ਕੋਈ ਸ਼ਰੀਫ ਔਰਤ ਇਕੱਲੀ ਹੋਵੇ ਤਾਂ ਉਸਨੂੰ ਬਹੁਤ ਚੁਕੰਨਾ ਰਹਿਣਾ ਪੈਂਦਾ ਹੈ। ਮੈਂ ਆਂਢ ਗੁਆਂਢ ਵਿੱਚ ਵੀ ਡਰਦੀ ਨਹੀਂ ਜਾਂਦੀ ਸੀ, ਕਿਉਂਕਿ ਹਰ ਘਰ ਵਿੱਚ ਮਰਦ ਵੀ ਸੀ। ਹੁਣ ਖਾਣ ਪੀਣ ਤੇ ਰਹਿਣ ਦੀ ਕੋਈ ਚਿੰਤਾ ਨਹੀਂ ਸੀ, ਪਰ ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆਉਂਦੀ ਸੀ, ਜਿਸ ਬਾਰੇ ਮੈਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀ। ਮੈਂ ਉਹਨਾਂ ਨੂੰ ਯਾਦ ਕਰਕੇ ਬਹੁਤ ਰੋਂਦੀ। ਸਸੁਰਾਲ ਵਾਲਿਆਂ ਨੂੰ ਵੀ ਪਤੀ ਬਾਰੇ ਖਬਰ ਲੈਣ ਲਈ ਫੋਨ ਵੀ ਕਰਦੀ, ਪਰ ਉਹ ਮੇਰੀ ਆਵਾਜ਼ ਸੁਣ ਕੇ ਹੀ ਫੋਨ ਕੱਟ ਦਿੰਦੇ। ਇੰਜ ਲੱਗਦਾ ਜਿਵੇਂ ਉਹ ਮੈਥੋਂ ਜਾਨ ਛੁਡਾ ਕੇ ਪੂਰੇ ਖੁਸ਼ ਸਨ। ਮੇਰੇ ਘਰ ਦੇ ਬਰਾਬਰ ਇੱਕ ਔਰਤ ਰਹਿੰਦੀ ਸੀ, ਉਸ ਨਾਲ ਮੇਰੀ ਚੰਗੀ ਜਾਣ ਪਛਾਣ ਹੋ ਗਈ। ਅਸੀਂ ਇੱਕ ਦੂਜੇ ਦੇ ਘਰ ਵੀ ਆ ਜਾਇਆ ਕਰਦੀਆਂ ਸੀ। ਇੱਕ ਦਿਨ ਮੈਥੋਂ ਰਿਹਾ ਨਾ ਗਿਆ। ਮੈਂ ਆਪਣੇ ਸਸੁਰਾਲ ਹਰਜੋਤ ਦੀ ਖਬਰ ਲੈਣ ਪਹੁੰਚ ਗਈ, ਪਰ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਫਿਰ ਮੈਨੂੰ ਪਤਾ ਲੱਗਿਆ ਕਿ ਇੱਕ ਹਾਦਸੇ ਦੇ ਵਿੱਚ ਮੇਰੇ ਸੱਸ ਸਹੁਰੇ ਤੇ ਜੇਠ ਦੀ ਮੌਤ ਹੋ ਗਈ ਸੀ। ਮੈਂ ਰੋਂਦੀ ਰੋਂਦੀ ਵਾਪਸ ਆ ਗਈ, ਪਰ ਇੱਕ ਵਾਰ ਫਿਰ ਰੱਬ ਨੇ ਮੇਰੇ ਤੇ ਮੁਸ਼ਕਲ ਸਮਾਂ ਲਿਆ ਦਿੱਤਾ। ਮੈਨੂੰ ਕਾਰਖਾਨੇ ਵਿੱਚ ਕੰਮ ਮਿਲਣਾ ਘੱਟ ਗਿਆ, ਜਿਸ ਕਰਕੇ ਪੈਸੇ ਵੀ ਘੱਟ ਮਿਲਦੇ ਸਨ। ਮੈਂ ਫਿਰ ਤੋਂ ਪਰੇਸ਼ਾਨ ਰਹਿਣ ਲੱਗੀ। ਇੱਕ ਸਮਾਂ ਅਜਿਹਾ ਵੀ ਆਇਆ ਕਿ ਕੰਮ ਮਿਲਣਾ ਬਿਲਕੁਲ ਬੰਦ ਹੋ ਗਿਆ। ਪਰੇਸ਼ਾਨੀ ਹੀ ਪਰੇਸ਼ਾਨੀ ਸੀ। ਅਕਸਰ ਮੇਰੀ ਗੁਆਂਢਣ ਕਹਿੰਦੀ ਕਿ ਇਸ ਘਰ ਵਿੱਚ ਰਹਿਣ ਵਾਲਾ ਜ਼ਿਆਦਾ ਦੇਰ ਤੱਕ ਖੁਸ਼ ਨਹੀਂ ਰਹਿੰਦਾ, ਕਿਉਂਕਿ ਇੱਥੇ ਇੱਕ ਲੁਟੇਰਾ ਪੁਲਿਸ ਨਾਲ ਲੜਾਈ ਵਿੱਚ ਮਾਰਿਆ ਗਿਆ ਸੀ। ਲੁਟੇਰਾ ਇਸ ਘਰ ਵਿੱਚ ਛੁਪਿਆ ਹੋਇਆ ਸੀ, ਜਿੱਥੇ ਪੁਲਿਸ ਨੇ ਉਸ ਨੂੰ ਮਾਰ ਦਿੱਤਾ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਵਹਿਮ ਹੋਣ ਲੱਗਿਆ ਸੀ। ਮੈਂ ਹੋਰ ਵੀ ਡਰ ਗਈ ਸੀ। ਡਰਦੇ ਮੈਂ ਕਈ ਦਿਨ ਗੁਜ਼ਾਰ ਦਿੱਤੇ। ਇੱਕ ਦਿਨ ਦੁਪਹਿਰ ਦਾ ਸਮਾਂ ਸੀ। ਮੇਰਾ ਬੇਟਾ ਸੋ ਰਿਹਾ ਸੀ। ਮੈਂ ਰੱਬ ਦੇ ਅੱਗੇ ਸਭ ਠੀਕ ਕਰਨ ਲਈ ਪ੍ਰਾਰਥਨਾ ਕਰ ਰਹੀ ਸੀ। ਹੁਣ ਤਾਂ ਬਚੇ ਹੋਏ ਪੈਸੇ ਵੀ ਖਤਮ ਹੋ ਗਏ ਸਨ। ਖਾਣ ਲਈ ਕੁਝ ਵੀ ਨਹੀਂ ਸੀ। ਮੈਂ ਵਿਹੜੇ ਵਿੱਚ ਇੱਕ ਪਾਸੇ ਥੋੜ੍ਹੀਆਂ ਬਹੁਤ ਸਬਜ਼ੀਆਂ ਉਗਾਈਆਂ ਹੋਈਆਂ ਸੀ। ਮੈਂ ਉੱਥੇ ਬੀਜੇ ਆਲੂ ਪੁੱਟਣ ਲਈ ਇੱਕ ਖੁਰਪਾ ਲੈ ਕੇ ਆਲੂ ਪੁੱਟਣ ਲੱਗੀ। ਮੈਂ ਜਦੋਂ ਖੋਦਣਾ ਸ਼ੁਰੂ ਕੀਤਾ ਤਾਂ ਮੈਨੂੰ ਹੇਠਾਂ ਕੁਝ ਸਖਤ ਚੀਜ਼ ਹੋਣ ਦਾ ਅਹਿਸਾਸ ਹੋਇਆ। ਮੈਂ ਹੋਰ ਖੋਦਣਾ ਸ਼ੁਰੂ ਕੀਤਾ। ਮੈਂ ਜਲਦੀ ਮਿੱਟੀ ਖੋਦਣ ਲੱਗੀ। ਮੈਨੂੰ ਥੱਲਿਓਂ ਇੱਕ ਡੱਬਾ ਦਿਖਾਈ ਦਿੱਤਾ। ਡੱਬਾ ਖੋਲ੍ਹ ਕੇ ਦੇਖਿਆ ਤਾਂ ਮੇਰੇ ਤਾਂ ਹੋਸ਼ ਉੱਡ ਗਏ, ਕਿਉਂਕਿ ਉਸ ਡੱਬੇ ਵਿੱਚ ਬਹੁਤ ਸਾਰੇ ਪੈਸੇ ਤੇ ਗਹਿਣੇ ਸਨ। ਮੈਂ ਉਹ ਡੱਬਾ ਲੈ ਕੇ ਕਮਰੇ ਵਿੱਚ ਆ ਗਈ। ਮੈਨੂੰ ਲੱਗਿਆ ਹੁਣ ਮੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਮੈਂ ਉਹ ਟੋਆ ਚੰਗੀ ਤਰ੍ਹਾਂ ਦੁਬਾਰਾ ਭਰ ਦਿੱਤਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋ ਜਾਵੇ। ਮੈਂ ਹੌਲੀ ਕਰਕੇ ਸਭ ਉਧਾਰ ਚੁਕਾਉਣੇ ਸ਼ੁਰੂ ਕਰ ਦਿੱਤੇ। ਮੈਂ ਇੱਕਦਮ ਪੈਸਾ ਬਾਹਰ ਨਹੀਂ ਕੱਢਿਆ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋ ਜਾਵੇ। ਮੈਂ ਸਭ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਮੇਰੇ ਪਤੀ ਨੇ ਮੈਨੂੰ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਮੈਂ ਇੱਕ ਇਕੱਲੀ ਮਜਬੂਰ ਔਰਤ ਸੀ। ਜੇ ਕਿਸੇ ਨੂੰ ਜ਼ਰਾ ਵੀ ਸ਼ੱਕ ਹੋ ਜਾਂਦਾ ਕਿ ਮੇਰੇ ਕੋਲ ਇੰਨੇ ਪੈਸੇ ਹਨ ਤਾਂ ਨਾ ਜਾਣੇ ਮੇਰੇ ਨਾਲ ਕੀ ਹੋ ਜਾਂਦਾ। ਇਸ ਲਈ ਮੈਂ ਹਮੇਸ਼ਾ ਆਪਣੀ ਗਰੀਬੀ ਦਾ ਰੋਣਾ ਰੋਂਦੀ, ਖਰਚਾ ਵੀ ਜ਼ਰੂਰਤ ਦੇ ਹਿਸਾਬ ਨਾਲ ਹੀ ਕਰਦੀ। ਸ਼ਾਇਦ ਇਹ ਪੈਸੇ ਉਸ ਲੁਟੇਰੇ ਨੇ ਹੀ ਦੱਬੇ ਹੋਣਗੇ ਜੋ ਇਸ ਘਰ ਵਿੱਚ ਪੁਲਿਸ ਦੁਆਰਾ ਮਾਰਿਆ ਗਿਆ ਸੀ। ਇੱਕ ਦਿਨ ਗੁਆਂਢ ਤੋਂ ਇੱਕ ਔਰਤ ਮੇਰੇ ਘਰ ਆਈ। ਉਹ ਮੈਨੂੰ ਪੁੱਛਣ ਲੱਗੀ ਕਿ ਘਰ ਦਾ ਖਰਚਾ ਕਿਵੇਂ ਚੱਲਦਾ ਹੈ। ਮੈਂ ਕਿਹਾ ਬਸ ਰੋਟੀ ਪਾਣੀ ਚੱਲੀ ਜਾਂਦਾ ਹੈ। ਉਹ ਕਹਿਣ ਲੱਗੀ ਕਿ ਪੈਸੇ ਦੀ ਤੰਗੀ ਹੈ ਤਾਂ ਮੈਨੂੰ ਦੱਸ ਦੇ, ਮੈਂ ਤੈਨੂੰ ਇੱਕ ਚੰਗੀ ਜਗ੍ਹਾ ਤੇ ਕੰਮ ਲਵਾ ਸਕਦੀ ਹਾਂ। ਤੂੰ ਸੋਹਣੀ ਵੀ ਹੈ, ਕੰਮ ਛੇਤੀ ਮਿਲ ਜਾਵੇਗਾ। ਮੈਂ ਹੈਰਾਨ ਹੋ ਕੇ ਪੁੱਛਿਆ, ਕੰਮ ਨਾਲ ਸੋਹਣੇ ਹੋਣ ਦਾ ਕੀ ਲੈਣਾ ਦੇਣਾ। ਉਹ ਕਹਿਣ ਲੱਗੀ ਕਿ ਇੱਕ ਕੋਠੀ ਹੈ, ਉਸਦੇ ਮਾਲਕ ਨੂੰ ਖੂਬਸੂਰਤ ਕੁੜੀ ਦੀ ਜ਼ਰੂਰਤ ਹੈ, ਬਹੁਤ ਪੈਸਾ ਮਿਲੇਗਾ। ਸਮਝ ਰਹੀ ਹੈ ਨਾ ਮੇਰੀ ਗੱਲ? ਆਪਣੀ ਸੁੰਦਰਤਾ ਦਾ ਫਾਇਦਾ ਉਠਾ। ਉਸ ਦੀ ਗੱਲ ਸੁਣ ਕੇ ਮੇਰਾ ਦਿਲ ਕਰੇ ਮੈਂ ਉਸਦੇ ਮੂੰਹ ਤੇ ਥੱਪੜ ਮਾਰ ਦੇਵਾਂ, ਪਰ ਮੈਂ ਆਪਣੇ ਆਪ ਨੂੰ ਰੋਕ ਲਿਆ ਤੇ ਉਸ ਨੂੰ ਕਿਹਾ ਕਿ ਮੇਰੇ ਘਰੋਂ ਬਾਹਰ ਹੋ ਜਾ, ਦੁਬਾਰਾ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਸ ਦੇ ਜਾਣ ਤੋਂ ਬਾਅਦ ਮੈਂ ਫੁੱਟ ਕੇ ਰੋਣ ਲੱਗੀ। ਮੇਰਾ ਕੋਈ ਸਹਾਰਾ ਨਹੀਂ ਸੀ। ਮੈਨੂੰ ਆਪਣੇ ਪਤੀ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਸੀ।
ਰਾਤ ਨੂੰ ਮੈਂ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਮੇਰਾ ਦਰਵਾਜ਼ਾ ਖੜਕਿਆ ਤਾਂ ਮੈਂ ਡਰ ਗਈ। ਮੈਂ ਸੋਚ ਰਹੀ ਸੀ ਕਿ ਇਸ ਸਮੇਂ ਕੌਣ ਹੋ ਸਕਦਾ ਹੈ। ਮੈਂ ਡਰਦੇ ਡਰਦੇ ਪੁੱਛਿਆ, ਕੌਣ ਹੈ? ਪਰ ਇੱਕ ਮਰਦ ਦੀ ਆਵਾਜ਼ ਆਈ। ਇਹ ਤਾਂ ਮੇਰਾ ਮਕਾਨ ਮਾਲਕ ਸੀ। ਉਹ ਕਹਿਣ ਲੱਗਿਆ, ਮੇਰੀ ਪਤਨੀ ਦੀ ਤਬੀਅਤ ਖਰਾਬ ਹੈ, ਮੇਰੀ ਮਦਦ ਕਰ ਦੇ। ਮੈਨੂੰ ਲੱਗਿਆ ਮੈਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਇਸ ਲਈ ਮੈਂ ਬਿਨਾਂ ਜ਼ਿਆਦਾ ਕੁਝ ਸੋਚੇ ਦਰਵਾਜ਼ਾ ਖੋਲ੍ਹ ਦਿੱਤਾ। ਪਰ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ। ਮੈਂ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ, ਉਸਨੇ ਮੇਰੇ ਮੂੰਹ 'ਤੇ ਹੱਥ ਰੱਖ ਲਿਆ ਤੇ ਮੈਨੂੰ ਅੰਦਰ ਵੱਲ ਧੱਕ ਦਿੱਤਾ। ਉਹ ਮੈਨੂੰ ਗਲਤ ਗੱਲਾਂ ਬੋਲਣ ਲੱਗਿਆ ਤੇ ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ। ਮੈਂ ਛੁੱਟਣ ਦੀ ਕੋਸ਼ਿਸ਼ ਵੀ ਕੀਤੀ। ਮੈਂ ਆਪਣਾ ਪੂਰਾ ਜ਼ੋਰ ਲਾ ਕੇ ਇਸ ਨੂੰ ਧੱਕਾ ਦੇ ਦਿੱਤਾ। ਉਹ ਥੱਲੇ ਡਿੱਗ ਪਿਆ। ਇੰਨੇ ਵਿੱਚ ਮੈਂ ਕੋਲ ਪਿਆ ਡੰਡਾ ਚੁੱਕ ਕੇ ਉਸ ਦੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ਨੂੰ ਸੰਭਾਲਦਾ, ਮੈਂ ਆਪਣੇ ਬੇਟੇ ਨੂੰ ਉਸ ਡੱਬੇ ਨੂੰ ਲੈ ਕੇ ਉੱਥੇ ਭੱਜ ਆਈ। ਮੈਨੂੰ ਕੋਈ ਹੋਸ਼ ਨਹੀਂ ਸੀ ਕਿ ਮੈਂ ਕਿਸ ਪਾਸੇ ਵੱਲ ਜਾ ਰਹੀ ਹਾਂ, ਬਸ ਭੱਜਦੀ ਜਾ ਰਹੀ ਸੀ। ਕੁਝ ਸਮਾਂ ਤਾਂ ਉਹ ਮੇਰੇ ਪਿੱਛੇ ਆ ਰਿਹਾ ਸੀ, ਪਰ ਫਿਰ ਸ਼ਾਇਦ ਵਾਪਸ ਮੁੜ ਗਿਆ। ਮੈਂ ਚੌੜੀ ਸੜਕ 'ਤੇ ਪਹੁੰਚ ਗਈ। ਮੇਰਾ ਵੀ ਸਾਹ ਚੜ੍ਹ ਗਿਆ ਸੀ। ਹੁਣ ਮੈਂ ਆਪਣੇ ਬੇਟੇ ਤੇ ਡੱਬੇ ਨਾਲ ਹੋਰ ਨਹੀਂ ਭੱਜ ਸਕਦੀ ਸੀ, ਇਸ ਲਈ ਉੱਥੇ ਹੀ ਬੈਠ ਗਈ। ਪਰ ਮੈਂ ਬਹੁਤ ਡਰ ਗਈ ਸੀ, ਪਤਾ ਨਹੀਂ ਅੱਗੇ ਕੀ ਹੋਣ ਵਾਲਾ ਸੀ। ਹੁਣ ਤਾਂ ਇੱਜ਼ਤ ਬਚਾਉਣੀ ਵੀ ਮੁਸ਼ਕਿਲ ਹੋ ਗਈ ਸੀ। ਮੈਂ ਬੈਠੀ ਰੋ ਰਹੀ ਸੀ ਕਿ ਅਚਾਨਕ ਮੇਰੇ ਮੋਢੇ 'ਤੇ ਕਿਸੇ ਨੇ ਹੱਥ ਰੱਖਿਆ। ਡਰ ਦੇ ਮਾਰੇ ਮੇਰਾ ਸਾਹ ਉੱਥੇ ਹੀ ਰੁਕ ਗਿਆ। ਜਦੋਂ ਮੈਂ ਮੁੜ ਕੇ ਦੇਖਿਆ, ਇਹ ਤਾਂ ਮੇਰਾ ਪਤੀ ਹਰਜੋਤ ਸੀ। ਉਸ ਨੂੰ ਦੇਖ ਕੇ ਮੈਂ ਉੱਚੀ ਉੱਚੀ ਰੋਣ ਲੱਗ ਪਈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰਾ ਪਤੀ ਮੇਰੇ ਸਾਹਮਣੇ ਸੀ। ਹਰਜੋਤ ਨੇ ਮੈਨੂੰ ਚੁੱਪ ਕਰਵਾਇਆ ਤੇ ਮੈਨੂੰ ਤੇ ਮੇਰੇ ਬੇਟੇ ਨੂੰ ਗਲੇ ਲਗਾ ਲਿਆ। ਉਹ ਸਾਨੂੰ ਲੈ ਕੇ ਕਿਰਾਏ ਦੇ ਕਮਰੇ ਵਿੱਚ ਆ ਗਏ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ। ਜਿਨ੍ਹਾਂ ਰਾਹੀਂ ਉਹ ਅਮਰੀਕਾ ਜਾ ਰਿਹਾ ਸੀ, ਉਹ ਗਲਤ ਲੋਕ ਸਨ। ਉਹਨਾਂ ਨੇ ਮੇਰੇ ਪਤੀ 'ਤੇ ਬਹੁਤ ਜ਼ੁਲਮ ਕੀਤੇ ਤੇ ਉਹਨਾਂ ਤੋਂ ਗਲਤ ਕੰਮ ਕਰਵਾਉਂਦੇ ਸਨ। ਉਹ ਕਿਸੇ ਤਰ੍ਹਾਂ ਉੱਥੋਂ ਬਚ ਕੇ ਇੰਡੀਆ ਆਏ, ਪਰ ਜਦੋਂ ਘਰ ਆਇਆ ਤਾਂ ਪਤਾ ਚੱਲਿਆ ਕਿ ਸਾਨੂੰ ਘਰੋਂ ਕੱਢ ਦਿੱਤਾ ਗਿਆ ਸੀ। ਉਹਨਾਂ ਨੇ ਹਰ ਜਗ੍ਹਾ ਸਾਨੂੰ ਲੱਭਿਆ, ਮੁਲਾਕਾਤ ਹੋਈ ਤਾਂ ਇਸ ਹਾਲ ਵਿੱਚ। ਪਰ ਮੈਂ ਹਰ ਵੇਲੇ ਰੱਬ ਦਾ ਧੰਨਵਾਦ ਕਰਦੀ ਹਾਂ ਕਿ ਮੇਰਾ ਪਤੀ ਮੈਨੂੰ ਮਿਲ ਗਿਆ। ਹਰਜੋਤ ਨੇ ਡੱਬੇ ਵਾਲੇ ਪੈਸਿਆਂ ਨਾਲ ਕੰਮ ਸ਼ੁਰੂ ਕਰ ਦਿੱਤਾ, ਜੋ ਚੰਗਾ ਚੱਲ ਪਿਆ। ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਮੈਂ ਹਰ ਵੇਲੇ ਰੱਬ ਦਾ ਸ਼ੁਕਰਾਨਾ ਕਰਦੀ ਹਾਂ। ਸੋ ਦੋਸਤੋ, ਇਹ ਸੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ, ਤੇ ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।